परम सत्कारयोग सतगुरां दी साजी और नवाजी हुई साध संगत जीओ, आप माई भाई धनता दे योग हों जिन्हां नूं अमृत वेला प्राप्त होया। महाराज जी कहते अमृत वेला सच नाओ वडियाई विचार, करमी आवे कपड़ा नदरी मुख द्वार। अमृत वेले दा जागना जे कोई जागे नित, एक वडेंदी आरजा दूजा साहिब आवे चित। महाराज जी कहते जिहड़े अमृत वेले जागदे ने ना, एक तां उन्हां दी उम्र लम्मी हुंदी आ, दूजा वाहिगुरू परमेश्वर साहिब चेते आउंदा है। वो वाहिगुरू परमेश्वर चेते आउंदा है ते आओ आपां भी रल मिल के सारे गुरबाणी दी विचार करिए। तीसरे पातशाह गुरु अमरदास महाराज जी, उन्हां दी गुरबाणी 229 अंग ते चल रहा है शब्द, आओ सरवण करिए। गौड़ी महला तीजा, गुरमुख सेवा प्राण अदारा। हर जियो राखो हृदय उरतारा, गुरमुख शोभा साच द्वारा। गुरु अमरदास महाराज जी कहते साईं दी सेवा गुरमुख दी जिंदड़ी दा आसरा है। गुरु दी सेवा, परमेश्वर दी सेवा गुरमुख दी जिंदड़ी दा आसरा है। जिहड़ा गुरमुख है ना, वो जिन्ना चिर सेवा ना करे उहदे मन नूं शांति नहीं आउंदी। जे सेवा जोड़े झाड़न दी ला लो, सेवा झाड़ू मारन दी ला लो, पोचा लाण दी ला लो, सेवा गुरबाणी पढ़न दी ला लो, सेवा कथा कीर्तन करन दी ला लो, ਤਾਂ ਗੁਰਮੁਖ ਪਿਆਰਿਓ ਜਿੰਨਾ ਚਿਰ ਗੁਰਮੁਖ ਕਰਨਾ ਲਵੇ ਨਾ, ਉਨਾ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸੇਵਾ ਦੇ ਵਿੱਚ ਹੀ ਸਾਰੇ ਸੁੱਖ ਨੇ, ਸੇਵਾ ਵਿੱਚ ਹੀ ਸਭ ਕੁਝ ਹੈ। ਤਾਂ ਗੁਰਮੁਖ ਪਿਆਰਿਓ, ਜਦੋਂ ਅਸੀਂ ਤਪੋਵਨ ਢੱਕੀ ਸਾਹਿਬ ਮਹਾਂਪੁਰਖਾਂ ਦੇ ਕੋਲ ਰਹਿੰਦੇ ਹੁੰਦੇ ਸੀ ਨਾ, ਮਹਾਂਪੁਰਸ਼ਾਂ ਨੇ ਜਿੱਥੇ ਜਿੱਥੇ ਡਿਊਟੀਆਂ ਲਾ ਦਿੰਦੇ ਸੀ ਸਾਰੇ ਸਿੰਘਾਂ ਦੀਆਂ, ਉੱਥੇ ਉੱਥੇ ਸਾਰੇ ਸਿੰਘ ਤਤ ਪਰ ਤਤ ਤਪੋਵਨ ਢੱਕੀ ਸਾਹਿਬ, ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਵਨ ਢੱਕੀ ਸਾਹਿਬ ਵਾਲੇ ਮਹਾਂਪੁਰਸ਼, ਜੋ ਇਸ ਸਮੇਂ ਧਰਤੀ ਤੇ ਮਕਸੂਦੜੇ ਦੀ ਧਰਤੀ ਤੇ ਜੋਤ ਜਗਾ ਰਹੇ ਨੇ, ਸਿੱਖ ਸੰਗਤਾਂ ਨੂੰ ਤਰ ਰਹੇ ਨੇ। ਜਿੱਥੇ ਜਿੱਥੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੰਦੇ ਸੀ, ਉੱਥੇ ਹੀ सेवा बड़ी प्रेम दे नाल भावना दे नाल सारे सिंह सेवा करते। तो गुरमुख प्यारिओ नाल नाल गुरबाणी दा जाप करते, कोई चौपी साहिब दा पाठ करता रहिंदा, कोई मूल मंत्र दा पाठ करता रहिंदा, कोई जपजी साहिब दा पाठ करता रहिंदा, ते कोई जाप साहिब जी दा पाठ करता रहिंदा। ਤੇ ਨਾਲ ਸੇਵਾ ਤੇ ਨਾਲ ਗੁਰਬਾਣੀ ਦਾ ਜਾਪ ਹਰ ਸਿੰਘ ਚੱਲਦਾ ਰਹਿੰਦਾ ਸੀ।
ਜਿਤਨੇ ਵੀ ਤਪੋਵਨ ਟੱਕੀ ਸਾਹਿਬ ਦੇ ਵਿੱਚ ਸਿੰਘ ਰਹਿੰਦੇ ਸੀ ਨਾ, ਸਾਰੇ 24 ਬਾਣੀਆਂ ਦਾ ਨਿਤਨੇਮ, ਮੂੰਹ ਜਵਾਨੀ ਕੰਠ, ਸਾਰੇ ਸਿੰਘਾਂ ਦੇ ਆਖੋ ਸਤਨਾਮ ਵਾਹਿਗੁਰੂ ਜੀ। ਜਦੋਂ ਲੰਗਰ ਦੇ ਵਿੱਚ ਪ੍ਰਸਾਦਾ ਪਾਣੀ ਛਕਦੇ ਹੁੰਦੇ ਸੀ ਨਾ, ਪ੍ਰਸਾਦਾ ਛਕਦੇ ਵੀ ਕਈ ਚੌਪਈ ਸਾਹਿਬ ਦੇ ਸਿੰਘ ਤਪੋਵਨ ਟੱਕੀ ਸਾਹਿਬ ਪਾਠ ਕਰ ਜਾਂਦੇ ਸੀ। ਜਿੱਥੇ ਵੀ ਮਹਾਂਪੁਰਸ਼ ਡਿਊਟੀ ਲਾਉਂਦੇ ਸੀ, ਉੱਥੇ ਹੀ ਸਿੰਘ ਬੜੇ ਪ੍ਰੇਮ ਦੇ ਨਾਲ ਡਿਊਟੀ ਨਿਭਾਉਂਦੇ ਸੀ, ਸੇਵਾ ਕਰਦੇ ਸੀ। ਇਸ ਕਰਕੇ ਗੁਰਮੁਖ ਪਿਆਰਿਓ, ਸੇਵਾ ਦੇ ਵਿੱਚ ਸਭ ਕੁਝ ਹੀ ਹੈ। ਸੇਵਾ ਕਰਾਂਗੇ ਤੇ ਗੁਰੂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਇਸ ਕਰਕੇ ਦਸਾਂ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਾਰਿਆਂ ਨੇ ਹੁਕਮ ਮੰਨ ਕੇ ਸੇਵਾ ਕੀਤੀ। ਸੇਵਾ ਦੇ ਵਿੱਚ ਵੀ ਸਭ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਹੈ। ਮਹਾਰਾਜ ਜੀ ਕਹਿੰਦੇ, ਮਾਨੀਏ ਮਾਲਕ ਨੂੰ ਤੂੰ ਆਪਣੇ ਹਿਰਦੇ ਅਤੇ ਆਤਮਾ ਨਾਲ ਲਾਈ ਰੱਖ। ਉਹ ਪਰਮੇਸ਼ਰ ਨੂੰ ਆਪਣੀ ਆਤਮਾ ਦੇ ਨਾਲ ਲਾਈ ਰੱਖ। ਗੁਰਾਂ ਦੇ ਰਾਹੀਂ ਸੱਚੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੁੰਦੀ ਹੈ। ਸੱਚਾ ਦਰਬਾਰ ਕਿਹੜਾ? ਸੱਚਖੰਡ ਵਸੈ ਨਿਰੰਕਾਰ। ਉੱਥੇ ਜਦੋਂ ਤੂੰ ਸੇਵਾ ਕਰਕੇ ਸਿਮਰਨ ਕਰਕੇ ਜਾਵੇਂਗਾ, ਪਰਮੇਸ਼ਰ ਨੂੰ ਆਪਣੀ ਆਤਮਾ ਨਾਲ ਮਿਲਾ ਕੇ ਜਾਵੇਂਗਾ, ਤਾਂ ਤੈਨੂੰ ਸੱਚਖੰਡ ਦੇ ਵਿੱਚ ਤੈਨੂੰ ਜਗ੍ਹਾ ਮਿਲ ਜਾਣੀ ਆ, ਤੇ ਉੱਥੇ ਵੀ ਤੇਰੀ ਭਾਈ ਫਿਰ ਇੱਜ਼ਤ ਹੋਣੀ ਹੈ। ਪੰਡਤ ਹਰ ਪੜ ਤਜੋ ਬਿਕਾਰਾ, ਗੁਰਮੁਖ ਭਉਜਲ ਉਤਰਹੁ ਪਾਰਾ ਰਹਾਉ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਹੇ ਵਿਦਵਾਨ, ਤੂੰ ਵਾਹਿਗੁਰੂ ਦੇ ਨਾਮ ਨੂੰ ਬਾਚ ਭਾਵ ਕੇ ਪੜ੍ਹ ਅਤੇ ਬੱਦੀ ਨੂੰ ਛੱਡ ਦੇ, ਹੰਕਾਰ ਨੂੰ ਛੱਡ ਦੇ। ਉਹ ਪਰਮੇਸ਼ਰ ਦਾ ਨਾਮ ਜਪ। ਗੁਰਮੁਖ ਮਹਾਰਾਜ ਜੀ ਕਹਿੰਦੇ, ਗੁਰਾਂ ਦੁਆਰਾ ਤੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਗੁਰਮੁਖ ਵਿੱਚ ਹਉ ਮੈਂ ਜਾਏ, ਗੁਰਮੁਖ ਮੈਲ ਨਾ ਲਾਗੈ ਆਏ। ਗੁਰਮੁਖ ਨਾਮ ਵਸੈ ਮਨ ਆਏ। ਮਹਾਰਾਜ ਜੀ ਕਹਿੰਦੇ, ਭਾਈ ਗੁਰਾਂ ਦੇ ਰਾਹੀਂ ਹੰਕਾਰ ਅੰਦਰੋਂ ਚਲੇ ਜਾਂਦਾ। ਗੁਰਾਂ ਦੇ ਰਾਹੀਂ ਹੰਕਾਰ ਅੰਦਰੋਂ ਚਲੇ ਜਾਂਦਾ, ਔਰ ਗੁਰਾਂ ਦੇ ਰਾਹੀਂ ਮਲੀਨਤਾ ਮਨ ਨੂੰ ਨਹੀਂ ਚਿਮੜਦੀ। ਮਨ ਨੂੰ ਮੈਲ ਨਹੀਂ ਚਿਮੜਦੀ। ਗੁਰਾਂ ਦੇ ਰਾਹੀਂ ਨਾਮ ਆ ਕੇ ਚਿੱਤ ਅੰਦਰ ਟਿਕ ਜਾਂਦਾ। ਗੁਰਾਂ ਦੇ ਰਾਹੀਂ ਹੰਕਾਰ ਚਲਿਆ ਜਾਂਦਾ। ਜਦੋਂ ਅੰਦਰੋਂ ਹੰਕਾਰ ਚਲਿਆ ਗਿਆ, ਮਲੀਨਤਾ ਚਲੀ ਗਈ, ਤਾਂ ਆ ਕੇ ਗੁਰਮੁਖ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਜਾਂਦਾ ਹੈ। ਗੁਰਮੁਖ ਕਰਮ ਧਰਮ ਸਚ ਹੋਈ, ਗੁਰਮੁਖ ਹੰਕਾਰ ਜਲਾਏ ਢੋਈ। ਗੁਰਮੁਖ ਨਾਮ ਰਤੇ ਸੁਖ ਹੋਈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਗੁਰਾਂ ਦੀ ਦਇਆ ਦੁਆਰਾ ਸੱਚ ਇਨਸਾਨ ਦਾ ਅਮਲ ਤੇ ਮਜ਼ਹਬ ਹੋ ਜਾਂਦਾ, ਭਾਵ ਕਿ ਉਹ ਸੱਚਾ ਧਰਮੀ ਹੋ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਗੁਰੂਰ ਤੇ ਦਵੈਤ ਭਾਵ ਨੂੰ ਸਾੜ ਸੁੱਟਦਾ ਹੈ, ਅਤੇ ਗੁਰਾਂ ਦੀ ਦਇਆ ਦੁਆਰਾ ਮਨੁੱਖ ਨਾਮ ਨਾਲ ਰੰਗਿਆ ਜਾਂਦਾ ਹੈ,
ਤੇ ਠੰਡ ਚੈਨ ਭਾਵ ਕਿ ਠੰਡ ਚੈਨ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਕਿ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁੱਖ ਨੇ ਜਿਹੜੇ ਉਹ ਨਿਵਰਤ ਹੋ ਜਾਂਦੇ ਨੇ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣਾ ਮਨ ਪ੍ਰਬੁੱਧ ਬੁਝੋ ਸੋਈ, ਲੋਕ ਸਮਝਾਵੋ ਸੁਣਹਿ ਨਾ ਕੋਈ, ਗੁਰਮੁਖ ਸਮਝੋ ਸਦਾ ਸੁਖ ਹੋਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਪਣੇ ਮਨੂਏ ਨੂੰ ਸਿੱਖ ਮੱਤ ਦੇ ਅਤੇ ਉਸ ਸਾਹਿਬ ਨੂੰ ਸਮਝ, ਨਹੀਂ ਤਾਂ ਜਿੰਨਾ ਜੀ ਚਾਹੇ ਤੂੰ ਲੋਕਾਂ ਨੂੰ ਉਪਦੇਸ਼ ਕਰ, ਕੋਈ ਵੀ ਗੱਲ ਨਹੀਂ ਸੁਣੇਗਾ। ਗੁਰਾਂ ਦੀ ਮਿਹਰ ਦੁਆਰਾ ਸਾਹਿਬ ਦੀ ਗਿਆਤ ਕਰ ਅਤੇ ਤੈਨੂੰ ਸਦਾ ਹੀ ਸੁੱਖ ਪ੍ਰਾਪਤ ਹੋਣਗੇ। ਮਨ ਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾਵੈ ਸੋ ਥਾਏ ਨਾ ਪਾਈ, ਆਵੈ ਜਾਵੈ ਠੌਰ ਨਾ ਕਾਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਅਧਰਮੀ, ਕਨੇਰਾ, ਪਖੰਡੀ ਤੇ ਚਲਾਕ ਹੁੰਦਾ। ਮਨਮੁਖ ਅੰਦਰ ਹਨੇਰਾ ਹੈ, ਪਖੰਡੀ ਤੇ ਚਲਾਕ ਹੁੰਦਾ ਹੈ। ਜਿਹੜਾ ਕੁਝ ਵੀ ਉਹ ਕਰਦਾ ਹੈ ਉਹ ਕਬੂਲ ਨਹੀਂ ਪੈਂਦਾ। ਉਹ ਆਉਂਦਾ ਤੇ ਜਾਂਦਾ ਅਤੇ ਉਸ ਨੂੰ ਰਾਮ ਦੀ ਕੋਈ ਜਗ੍ਹਾ ਨਹੀਂ ਮਿਲਦੀ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਗ ਜਿਉ ਲਾਏ ਬਹਿ ਨਿਤ ਧਿਆਨਾ, ਜਮ ਪਕੜਿਆ ਤਬ ਹੀ ਪਛੁਤਾਨਾ। ਸਤਿਗੁਰੂ ਮਹਾਰਾਜ ਜੀ, ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਮਹਾਰਾਜ ਜੀ ਕਹਿੰਦੇ ਮਨਮੁਖ ਬੜੇ ਹੰਕਾਰ ਅੰਦਰ ਕਰਮ ਕਾਂਡ ਕਮਾਉਂਦਾ। ਜਿਹੜਾ ਮਨਮੁਖ ਆ ਨਾ ਉਹ ਬੜਾ ਹੰਕਾਰ ਕਰਦਾ ਤੇ ਗੁਰਮੁਖ ਪਿਆਰਿਓ ਬੜੇ ਕਰਮ ਕਾਂਡ ਕਮਾਉਂਦਾ ਹੈ। ਬਗਲੇ ਦੀ ਤਰ੍ਹਾਂ ਉਹ ਸਦੈਵ ਹੀ ਸਮਾਧੀ ਲਾ ਕੇ ਬਹਿੰਦਾ ਹੈ। ਜਦ ਮੌਤ ਦਾ ਦੂਤ ਉਸ ਨੂੰ ਫੜ ਲੈਂਦਾ ਹੈ ਤਦ ਉਹ ਪਰਚਾਤਾਪ ਕਰਦਾ, ਉਦੋਂ ਉਹ ਪਛਤਾਉਂਦਾ ਹੈ। ਫਿਰ ਬੜਾ ਇਹ ਪਛਤਾਉਂਦਾ ਹੈ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ, ਗੁਰ ਦਾਤਾ ਜੁਗ ਚਾਰੇ ਹੋਈ। ਤਾਂ ਗੁਰਮੁਖ ਪਿਆਰਿਓ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਮੁਕਤੀ ਨਹੀਂ ਮਿਲਦੀ। ਗੁਰੂ ਦੀ ਸੇਵਾ ਕਰਨ ਦੇ ਬਗੈਰ ਮੁਕਤੀ ਨਹੀਂ ਮਿਲਦੀ। ਮਹਾਰਾਜ ਜੀ ਕਹਿੰਦੇ ਗੁਰਾਂ ਦੀ ਮਿਹਰ ਸਦਕਾ ਉਹ ਸੁਆਮੀ ਮਿਲ ਪੈਂਦਾ ਹੈ। ਚੌਹਾਂ ਹੀ ਯੁੱਗਾਂ ਅੰਦਰ ਗੁਰੂ ਜੀ ਦਾਤਾਂ ਦੇਣ ਵਾਲੇ ਹਨ। ਉਹ ਚੌਹਾਂ ਯੁੱਗਾਂ ਦੇ ਵਿੱਚ ਸਤਿਗੁਰੂ ਜੀ ਦਾਤਾਂ ਦੇਣ ਵਾਲੇ ਹਨ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੁੱਟ ਨਾ ਆਵੇ ਗਣਤ ਪ੍ਰੇ ਭੰਡਾਰ। ਉਹ ਵਾਹਿਗੁਰੂ ਪਰਮੇਸ਼ਰ ਉਹ ਦਾਤਾਂ ਦੇ ਰਿਹਾ ਹੈ।
ਉਹ ਸਭਨਾਂ ਨੂੰ ਦਾਤਾਂ ਦੇ ਰਿਹਾ ਹੈ। ਤਾਂ ਗੁਰਮੁਖ ਪਿਆਰਿਓ, ਉਹ ਸਦਾ ਹੀ ਦੇਣ ਵਾਲਾ ਹੈ। ਉਹ ਪੱਥਰ ਦੇ ਵਿੱਚ ਜਿਹੜੇ ਕੀੜੇ ਨੇ ਉਹਨਾਂ ਨੂੰ ਵੀ ਰਿਜ਼ਕ ਪਹੁੰਚਾ ਰਿਹਾ ਹੈ। ਜਲ ਮੈਂ ਜੰਤੋ ਪਾਇਕ ਹੈ, ਜਿਹੜੇ ਜਲ ਦੇ ਵਿੱਚ ਜੀਵ ਨੇ ਨਾ ਉਹਨਾਂ ਨੂੰ ਵੀ ਉਹ ਪਰਮੇਸ਼ਰ ਰਿਜ਼ਕ ਦੇ ਰਿਹਾ ਹੈ। ਦੇਖੋ ਹੁਣ ਕਰੋਨਾ ਵਾਇਰਸ ਕਰਕੇ, ਮਹਾਂਮਾਰੀ ਕਰਕੇ ਤਾਂ ਗੁਰਮੁਖ ਪਿਆਰਿਓ ਸਾਰੇ ਹੀ ਸੰਸਾਰ ਬੰਦ ਪਿਆ ਹੈ। ਇਹ ਬੜੀ ਸਖਤਾਈ ਦੁਆਰਾ ਕੀਤੀ ਗਈ ਆ, ਕਿਉਂਕਿ ਜਿਹੜੇ ਮਰੀਜ਼ ਨੇ ਉਹ ਵੱਧਦੇ ਜਾ ਰਹੇ ਨੇ। ਆਪਣੇ ਪੰਜਾਬ ਦੇ ਵਿੱਚ ਇਹ ਬਿਮਾਰੀ ਵੜ ਗਈ ਆ, 3 ਮੌਤਾਂ ਹੋ ਗਈਆਂ ਨੇ ਕਰੋਨਾ ਵਾਇਰਸ ਦੇ ਕਾਰਨ, ਤੇ 719 ਮਰੀਜ਼ ਦਾਖਲ ਨੇ ਆਪਣੇ ਪੰਜਾਬ ਦੇ ਵਿੱਚ। ਤਾਂ ਗੁਰਮੁਖ ਪਿਆਰੇ ਜਿਹੜੇ ਮੌਤ ਦੇ ਮੂੰਹ ਦੇ ਵਿੱਚ ਬੜੇ ਪਏ ਨੇ ਇਸ ਸਮੇਂ, ਇਸ ਕਰਕੇ ਬੜੀ ਭਿਆਨਕ ਬਿਮਾਰੀ ਚੱਲ ਰਹੀ ਆ। ਬਾਰ-ਬਾਰ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ। ਤਾਂ ਉਹ ਪਰਮੇਸ਼ਰ ਗੁਰਮੁਖ ਪਿਆਰਿਓ ਪਿਆਰਿਆਂ ਦੇ ਵਿੱਚ ਵਰਤ ਕੇ, ਗੁਰਮੁਖਾਂ ਦੇ ਵਿੱਚ ਵਰਤ ਕੇ ਆਪ ਪ੍ਰਤੱਖ ਦੇਖੋ, ਕਿਤੇ ਕਿਤੇ ਜਿੱਥੇ ਵੀ ਜੀਵ ਬੈਠਾ ਹੈ ਉੱਥੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਸਾਰਾ ਚੀਜ਼ਾਂ ਬੈਠਿਆਂ ਨੂੰ ਪਹੁੰਚਾਈਆਂ ਜਾ ਰਹੀਆਂ ਨੇ। ਉਹ ਸਾਰਿਆਂ ਨੂੰ ਦੇ ਰਿਹਾ ਹੈ, ਉਹ ਦਾਤਾ ਹੈ। ਉਹ ਗੁਰਮੁਖ ਪਿਆਰਿਓ ਆਪਣੇ ਭਗਤਾਂ ਪਿਆਰਿਆਂ ਦੇ ਵਿੱਚ ਵਰਤ ਕੇ ਨਾ ਉਹ ਆਪ ਹੀ ਸਾਰਿਆਂ ਤੋਂ ਸੇਵਾ ਕਰਵਾ ਰਿਹਾ ਹੈ। ਹੁਣ ਜਿਹੜੇ ਵਰਤਾਰੇ ਨੇ ਉਹਨਾਂ ਦੇ ਕਿਹੜੀਆਂ ਵਿਚਾਰਿਆਂ ਦੀਆਂ ਸਪੈਸ਼ਲਾਂ ਮਿੱਲਾਂ ਚੱਲ ਰਹੀਆਂ ਨੇ, ਉਹਨਾਂ ਦੇ ਕਿਹੜਾ ਕੋਈ ਘਰੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਵੀ ਮਾਇਆ ਆ ਰਹੀ ਆ। ਉਹ ਪਰਮੇਸ਼ਰ ਆਪਣੇ ਸੇਵਕਾਂ ਤੋਂ ਜੋ ਮਰਜ਼ੀ ਕਰਾ ਲੈਂਦਾ। ਤੁਸੀਂ ਦੇਖਿਓ YouTube ਦੇ ਉੱਪਰ, Facebook ਦੇ ਉੱਪਰ ਬੜੇ ਬੜੇ ਗੁਰਦੁਆਰਾ ਸਾਹਿਬ ਜਿਨ੍ਹਾਂ ਦੀ ਲੋਕੀ ਨਿੰਦਿਆ ਕਰਦੇ ਨੇ, ਪੁਜਾਰੀ ਕਹਿੰਦੇ ਨੇ ਨਾ, ਉਹ ਵੱਡੇ ਵੱਡੇ ਮਹਾਂਪੁਰਖਾਂ ਨੇ, ਵੱਡੇ ਵੱਡੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਜਿੰਨੇ ਵੀ ਗੁਰੂ ਕੇ ਗੋਲਕਾਂ ਦੇ ਵਿੱਚ ਪੈਸੇ ਸੀ ਉਹ ਸਾਰੇ ਹੀ ਗਰੀਬਾਂ ਦੇ ਵਾਸਤੇ ਲੰਗਰ ਲਾ ਦਿੱਤੇ। ਆਖੋ ਸਤਨਾਮ ਵਾਹਿਗੁਰੂ ਜੀ। ਗਰੀਬ ਗੁਰੂ ਕੀ ਗੋਲਕ ਅੱਜ ਸਾਰੇ ਹੀ ਕੋਨੇ ਕੋਨੇ ਤੇ ਸਾਧੂ ਸੰਤਾਂ ਵੱਲੋਂ, ਰੱਬ ਦੇ ਪਿਆਰਿਆਂ ਵੱਲੋਂ ਤਾਂ ਗੁਰਮੁਖ ਪਿਆਰਿਓ ਲੰਗਰ ਲਾਏ ਜਾ ਰਹੇ ਨੇ। ਕਿਧਰੇ ਕਾਰ ਸੇਵਾ ਵਾਲੇ ਮਹਾਂਪੁਰਸ਼ ਲੱਗ ਰਹੇ ਨੇ, ਕਿਧਰੇ ਰਾੜਾ ਸਾਹਿਬ, ਕਿਧਰੇ ਗੁਰਮੁਖ ਪਿਆਰੇ ਤਪੋਵਨ ਢੱਕੀ ਸਾਹਿਬ, ਕਿਧਰੋਂ ਸਾਰੀ ਰੱਬ ਦੇ ਪਿਆਰੇ ਗੁਰਸਿੱਖ ਮਹਾਂਪੁਰਸ਼ ਲੰਗਰ ਲਾ ਰਹੇ ਨੇ। ਗੁਰਮੁਖ ਪਿਆਰਿਓ ਅੱਜ ਕੋਨੇ ਕੋਨੇ ਤੇ ਜਿੱਥੇ ਜਿੱਥੇ ਬੈਠੇ ਨੇ ਉਹ ਪਰਮਾਤਮਾ ਉਹਨਾਂ ਦੇ ਵਿੱਚ ਵਸ ਕੇ ਉਹਨਾਂ ਦੇ ਰਾਹੀਂ ਸਾਰਿਆਂ ਨੂੰ ਲੰਗਰ ਪਹੁੰਚਾ ਰਿਹਾ ਹੈ। ਇਸ ਕਰਕੇ ਆਖੀਂਦਾ ਉਹ ਪਰਮੇਸ਼ਰ ਬਾਹਰ ਵੀ ਆ ਤੇ ਉਹ ਪਰਮੇਸ਼ਰ ਭਾਈ ਅੰਦਰ ਵੀ ਆ। ਉਹ ਹੁਣ ਜੋ ਲੋਕਾਂ ਦੇ ਵਿੱਚ ਵਰਤ ਕੇ, ਗੁਰਮੁਖਾਂ ਦੇ ਵਿੱਚ ਵਰਤ ਕੇ, ਸੰਗਤਾਂ ਵਿੱਚ ਵਰਤ ਕੇ ਉਹ ਆਪ ਹੀ ਸਾਰਿਆਂ ਨੂੰ ਰਿਜ਼ਕ ਪਹੁੰਚਾ ਰਿਹਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਚੌਹਾਂ ਯੁੱਗਾਂ ਅੰਦਰ ਹੀ ਗੁਰੂ ਜੀ ਦਾਤਾਂ ਦੇਣ ਵਾਲੇ ਨੇ। ਹੁਣ ਕਿੱਡਾ ਦੁੱਖ ਦਾ ਸਮਾਂ, ਭੈੜਾ ਸਮਾਂ ਚੱਲ ਰਿਹਾ, ਤਾਂ ਗੁਰਮੁਖ ਪਿਆਰੇ ਜਿਹੜੇ ਸਿੱਖਾਂ ਨਾ ਇਹਦੇ ਉੱਪਰ ਡਬਲ ਲੋਡ ਪੈ ਗਿਆ। ਇੱਕ ਤਾਂ ਦੇਖੋ 25 ਸਿੱਖ ਗੁਰਦੁਆਰੇ ਵਿੱਚ ਹਮਲੇ ਦੇ ਵਿੱਚ ਮਾਰੇ ਗਏ ਨੇ, 25 ਸਿੱਖ, ਉਹਨਾਂ ਦਾ ਲੋਡ ਸਾਰਾ ਸਿੱਖ ਪੰਥ ਤੇ ਪਿਆ ਹੋਇਆ। ਦੂਸਰਾ ਗੁਰਮੁਖ ਪਿਆਰੇ ਜੋ ਆ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਆ ਇਹਦੇ ਉੱਤੇ ਸਾਰਾ ਸਿੱਖ ਪੰਥ ਲੱਗਿਆ ਹੋਇਆ। ਸਾਰੇ ਕੋਈ ਨਾ ਕੋਈ ਕਿਧਰੇ ਨਾ ਕਿਧਰੇ ਰੁੱਝੇ ਹੋਏ ਨੇ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਭਾਈ ਆਪ ਹੀ ਵਿੱਚ ਵਰਤ ਕੇ ਕਰਵਾਉਂਦਾ ਹੈ। ਮਹਾਰਾਜ ਜੀ ਕਹਿੰਦੇ ਉਹ ਚੌਹਾਂ ਯੁੱਗਾਂ ਦੇ ਵਿੱਚ ਸਤਿਗੁਰੂ ਦਾਤਾਂ ਦੇਣ ਵਾਲਾ ਹੈ। ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਇਰ ਕੀ ਪੁੱਤਰੀ, ਬਿਦਾਰੀ ਗਵਾਈ।
ਨਾਨਕ ਬਿਨ ਨਾਵੈ ਝੂਠੀ ਚਤੁਰਾਈ। ਮਹਾਰਾਜ ਜੀ ਕਹਿੰਦੇ ਰੱਬ ਦਾ ਨਾਮ ਗੁਰੂ ਦੇ ਸੱਚੇ ਸਿੱਖਾਂ ਦੀ ਜਾਤੀ ਇੱਜ਼ਤ ਤੇ ਸੋਭਾ ਹੈ। ਗੁਰਾਂ ਦਾ ਨਾਮ ਆ ਨਾ ਜਿਹੜਾ, ਇਹ ਗੁਰਮੁਖਾਂ ਦੀ ਇੱਜ਼ਤ ਹੈ ਅਤੇ ਸੋਭਾ ਹੈ। ਸਮੁੰਦਰ ਦੀ ਬੇਟੀ ਮਾਇਆ ਉਹਨਾਂ ਨੇ ਕੁੱਟ ਕੇ ਮਾਰ ਸੁੱਟੀ ਹੈ। ਨਾਨਕ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਨਾਮ ਦੇ ਬਗੈਰ ਸਾਰੀ ਹੁਸਿਆਰੀ ਝੂਠੀ ਹੈ। ਗੌੜੀ ਮਹੱਲਾ ਤੀਜਾ। ਇਸ ਯੁਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਭ ਸੋਜੀ ਪਾਈ। ਇੱਥੇ ਅੱਗੇ ਹਰ ਨਾਮ ਸਖਾਈ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਤੁਸੀਂ ਹੇ ਭਰਾਵੋ ਇਸ ਯੁੱਗ ਦੇ ਮਜ਼ਹਬ ਭਾਵ ਕਿ ਧਰਮ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੋ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰੋ। ਪੂਰਨ ਗੁਰਾਂ ਨੇ ਮੈਨੂੰ ਸਾਰੀ ਗਿਆਤ ਦਰਸਾ ਦਿੱਤੀ ਹੈ। ਭਾਵ ਕਿ ਗੁਰਾਂ ਨੇ ਮੈਨੂੰ ਸਾਰੀ ਸੋਝੀ ਪ੍ਰਦਾਨ ਕਰ ਦਿੱਤੀ ਆ, ਬਖਸ਼ ਦਿੱਤੀ ਆ। ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦਾ ਨਾਮ ਬੰਦੇ ਦਾ ਸਹਾਇਕ ਤੇ ਮਿੱਤਰ ਹੈ। ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ ਰਹਾਓ। ਮਹਾਰਾਜ ਜੀ ਕਹਿੰਦੇ ਤੂੰ ਪ੍ਰਭੂ ਦੇ ਨਾਮ ਦਾ ਜਾਪ ਕਰ ਅਤੇ ਆਪਣੇ ਚਿੱਤ ਅੰਦਰ ਉਸ ਨੂੰ ਸੋਚ ਸਮਝ। ਗੁਰਾਂ ਦੀ ਦਇਆ ਦੁਆਰਾ ਆਪਣੀ ਮੈਲ ਨੂੰ ਧੋ ਸੁੱਟ। ਗੁਰਾਂ ਦੀ ਦਇਆ ਦੁਆਰਾ ਗੁਰੂ ਦੇ ਸ਼ਬਦ ਨਾਲ ਜਿਹੜੇ ਤੇਰੇ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਆ, ਇਹਨੂੰ ਧੋ ਸੁੱਟ। ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜੈ ਪਾਏ। ਗੁਰ ਕੈ ਸ਼ਬਦ ਸੱਚ ਲਿਵ ਲਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਬੈਰ ਵਿਰੋਧ, ਮਹਾਰਾਜ ਜੀ ਕਹਿੰਦੇ ਬੈਰ ਵਿਰੋਧ ਅਤੇ ਦੰਗੇ ਫਸਦਾ ਰਾਹੀ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਉਹ ਵੈਰ ਵਿਰੋਧ ਕਰਦੇ ਆ ਨਾ ਕਿਸੇ ਦੇ ਨਾਲ, ਈਰਖਾ ਬੈਰ ਵਿਰੋਧ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਪਾਇਆ ਨਹੀਂ ਜਾਂਦਾ। ਹੋਰਸ ਦੀ ਪ੍ਰੀਤ ਦੁਆਰਾ ਆਤਮਾ ਇਹ ਸਰੀਰ ਫਿੱਕੇ ਹੋ ਜਾਂਦੇ ਨੇ। ਜਦੋਂ ਹੋਰ ਦੇ ਪ੍ਰੇਮ ਦੇ ਵਿੱਚ ਲੱਗਦੇ ਆ, ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਹੋਰ ਦੇ ਨਾਲ ਪ੍ਰੇਮ ਕਰਦੇ ਆ। ਮਹਾਰਾਜ ਜੀ ਕਹਿੰਦੇ ਭਾਈ ਤੇਰੀ ਆਤਮਾ ਤੇ ਸਰੀਰ ਇਹ ਫਿੱਕੇ ਹੋ ਜਾਂਦੇ ਹਨ। ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸੁਆਮੀ ਨਾਲ ਪ੍ਰੀਤ ਪਾਲਾ। ਹਉ ਮੈਂ ਮੈਲਾ ਇਹ ਸੰਸਾਰਾ, ਨਿਤ ਤੀਰਥ ਨਾਵੈ ਨਾ ਜਾਏ ਹੰਕਾਰਾ। ਬਿਨ ਗੁਰ ਭੇਟੈ ਜਮ ਕਰੇ ਖੁਆਰਾ। ਮਹਾਰਾਜ ਜੀ ਕਹਿੰਦੇ ਸਵੇ ਹੰਗ ਤਾਂ ਜਹਾਨ,
ਗੰਦਾ ਹੋ ਗਿਆ। ਇਹ ਹਉਮੈ ਨਾਲ ਇਹ ਸੰਸਾਰ ਮੈਲਾ ਹੋ ਗਿਆ। ਹਰ ਰੋਜ਼ ਪਵਿੱਤਰ ਪਾਣੀ ਵਿੱਚ ਇਸ਼ਨਾਨ ਕਰਨ ਦੁਆਰਾ ਹੰਗਤਾ ਦੂਰ ਨਹੀਂ ਹੁੰਦੀ। ਕੀ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ? ਕਹਿੰਦੇ ਹਰ ਰੋਜ਼ ਇਸ਼ਨਾਨ ਕਰਨ ਦੇ ਨਾਲ ਹੰਗਤਾ ਦੂਰ ਨਹੀਂ ਹੁੰਦੀ। ਹੰਗਤਾ ਕਾਹਦੇ ਨਾਲ ਦੂਰ ਹੋਵੇਗੀ? ਜਦੋਂ ਤੂੰ ਅੰਦਰਲਾ ਇਸ਼ਨਾਨ ਕਰਾਏਗਾ, ਭਾਵ ਕਿ ਨਾਮ ਜਪੇਗਾ, ਬਾਣੀ ਪੜ੍ਹੇਗਾ, ਨਾਮ ਜਪੇਗਾ, ਸੇਵਾ ਕਰੇਗਾ, ਫਿਰ ਤੇਰੀ ਅੰਦਰਲੀ ਜਿਹੜੀ ਹੰਗਤਾ ਨਾ ਉਹ ਦੂਰ ਹੋ ਜਾਏਗੀ। ਗੁਰਾਂ ਦੇ ਮਿਲਣ ਦੇ ਬਾਝੋ ਮੌਤ ਬੰਦੇ ਨੂੰ ਖੱਜਲ ਖੁਆਰ ਕਰਦੀ ਹੈ। ਭਾਵ ਕਿ ਮਹਾਰਾਜ ਜੀ ਕਹਿੰਦੇ ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਜੇ ਤੂੰ ਗੁਰਾਂ ਦਾ ਨਾਮ ਨਹੀਂ ਨਾ ਜਪੇਗਾ, ਗੁਰਾਂ ਦੀ ਬੰਦਗੀ ਨਹੀਂ ਨਾ ਕਰੇਗਾ, ਤਾਂ ਤੈਨੂੰ ਜਮਾਂ ਨੇ ਖੱਜਲ ਖੁਆਰ ਕਰ ਦੇਣਾ ਹੈ। ਤੈਨੂੰ ਉਹ ਖੱਜਲ ਖੁਆਰ ਕਰਨਗੇ, ਤੰਗ ਕਰਨਗੇ। ਇਸ ਕਰਕੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਂਗੇ ਤੇ ਸਦਾ ਲਈ ਸੁਖ ਪਾਵਾਂਗੇ। ਸੋ ਜਨ ਸਾਚਾ ਜੇ ਹਉਮੈ ਮਾਰੈ, ਗੁਰ ਕੈ ਸ਼ਬਦ ਪੰਚ ਸੰਗਾਰ ਹੈ। ਆਪ ਤਰਹਿ ਸਗਲੇ ਕੁਲ ਤਾਰ ਹੈ। ਮਹਾਰਾਜ ਜੀ ਕਹਿੰਦੇ ਸੱਚਾ ਹੈ ਉਹ ਇਨਸਾਨ ਜੋ ਆਪਣੇ ਗੁਰੂਰ ਨੂੰ ਮੇਟ ਸੁੱਟਦਾ ਹੈ, ਆਪਣੇ ਹੰਕਾਰ ਨੂੰ ਮੇਟ ਦਿੰਦਾ, ਉਹ ਸੱਚਾ ਹੈ ਇਨਸਾਨ। ਤੇ ਗੁਰਾਂ ਦੀ ਸਿੱਖ ਮੱਤ ਦੁਆਰਾ ਪੰਜਾਂ ਦੂਤਾਂ ਨੂੰ ਨਾਸ਼ ਕਰ ਦਿੰਦਾ। ਉਹ ਪੰਜ ਦੂਤ ਕਿਹੜੇ ਨੇ ਭਾਈ? ਗੁਰੂ, ਭਾਵ ਕਿ ਜਿਹੜਾ ਗੁਰੂ ਕੀ ਆ? ਸਾਡਾ ਸ਼ਬਦ ਗੁਰਬਾਣੀ। ਜਦੋਂ ਗੁਰਬਾਣੀ ਨੂੰ ਪੜ੍ਹਾਂਗੇ ਤਾਂ ਗੁਰਮੁਖ ਪਿਆਰੇ ਜਿਹੜੇ ਇਹ ਪੰਜ ਦੂਤ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜੇ ਦੂਤਾਂ ਦਾ ਨਾਸ ਹੋ ਜਾਂਦਾ ਗੁਰਬਾਣੀ ਦੇ ਪੜ੍ਹਨ ਦੇ ਨਾਲ। ਇਹਨਾਂ ਦਾ ਤਾਂ ਨਾਸ ਹੁੰਦਾ ਹੀ ਹੁੰਦਾ, ਤੇ ਨਾਲ ਦੁੱਖਾਂ ਦਾ ਵੀ ਨਾਸ ਹੋ ਜਾਂਦਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਮਹਾਰਾਜ ਜੀ ਕਹਿੰਦੇ ਭਾਈ ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਂਦਾ ਹੈ। ਮਾਇਆ ਮੋਹ ਨਟ ਬਾਜੀ ਪਾਈ, ਮਨ ਮੁਖ ਅੰਧ ਰਹੇ ਲਪਟਾਈ। ਗੁਰਮੁਖ ਅਲਿਪਤ ਰਹੇ ਲਿਵ ਲਾਈ। ਮਹਾਰਾਜ ਜੀ ਕਹਿੰਦੇ ਭਾਈ ਕਲਾਕਾਰ ਨੇ ਮੋਹਣੀ ਦੀ ਲਗਨ ਪ੍ਰਾਣੀਆਂ ਲਈ ਇੱਕ ਖੇਲ ਰਚਿਆ ਹੈ। ਅੰਨੇ ਅਧਰਮੀ, ਭਾਵ ਕਿ ਮਨਮੁਖ ਬੰਦੇ ਇਸ ਨੂੰ ਚਿੰਬੜੇ ਰਹਿੰਦੇ ਨੇ। ਗੁਰਮੁਖ ਅਟੰਕ ਰਹਿੰਦੇ ਨੇ ਤੇ ਵਾਹਿਗੁਰੂ ਨਾਲ ਪ੍ਰੇਮ ਪਾਉਂਦੇ ਨੇ। ਉਹ ਵਾਹਿਗੁਰੂ ਦੇ ਨਾਲ ਚਿੰਬੜੇ ਰਹਿੰਦੇ ਨੇ। ਬਹੁਤੇ ਭੇਖ ਕਰਹਿ ਭੇਖ ਧਾਰੀ, ਅੰਤਰ ਤਿਸਨਾ ਫਿਰ ਹੈ ਹੰਕਾਰੀ। ਆਪ ਨ ਚੀਨੈ ਬਾਜੀ ਹਾਰੀ। ਸਤਿਗੁਰੂ ਜੀ ਕਹਿੰਦੇ ਬਹਿਰੂਪੀਆ ਅਨੇਕਾਂ ਬੇਸ ਬਣਾਉਂਦਾ। ਜਿਹੜਾ ਬਹਿਰੂਪੀ ਹੈ ਨਾ, ਆਪਣੇ ਨਗਰਾਂ ਦੇ ਵਿੱਚ ਬੱਚੇ ਕਿੰਨੇ ਭੱਜੇ ਫਿਰਦੇ ਹੁੰਦੇ ਨੇ ਉਹਦੇ ਪਿੱਛੇ। ਜਿਹੜਾ ਬਹਿਰੂਪੀਆ ਹੁੰਦਾ ਉਹ ਕਿੰਨੇ ਰੂਪ ਬਣਾਉਂਦਾ ਹੈ। ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਇੱਛਾ ਹੈ, ਤ੍ਰਿਸ਼ਨਾ ਹੈ, ਅਤੇ ਉਹ ਅਭਿਮਾਨੀ ਹੋ ਕੇ ਤੁਰਿਆ ਫਿਰਦਾ। ਉਹਦੇ ਅੰਦਰ ਹੰਕਾਰ ਹੋ ਜਾਂਦਾ ਹੈ।
ਆਪਣੇ ਆਪ ਨੂੰ ਉਹ ਸਮਝਦਾ ਨਹੀਂ ਤੇ ਖੇਡ ਹਾਰ ਦਿੰਦਾ ਹੈ। ਕਾਪੜ ਪਹਿਰ ਕਰਹਿ ਚੁਤਰਾਈ, ਮਾਇਆ ਮੋਹ ਅਤ ਭਰਮ ਭੁਲਾਈ। ਬਿਨ ਗੁਰ ਸੇਵੇ ਬਹੁਤ ਦੁਖ ਪਾਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਧਾਰਮਿਕ ਭੇਸ ਧਾਰਨ ਕਰਕੇ ਕਈ ਜਣੇ ਚਲਾਕੀਆਂ ਕਰਦੇ ਹਨ। ਉਹਨਾਂ ਦਾ ਭੇਸ ਧਾਰਮਿਕ ਹੈ, ਪਰ ਗੁਰਮੁਖ ਪਿਆਰਿਓ ਧਾਰਮਿਕ ਭੇਸ ਦੇ ਵਿੱਚ ਕਈ ਤਰ੍ਹਾਂ ਦੀਆਂ ਮਹਾਰਾਜ ਜੀ ਕਹਿੰਦੇ ਚਲਾਕੀਆਂ ਕਰਦੇ ਨੇ। ਧਨ ਦੀ ਪ੍ਰੀਤ ਅਤੇ ਸੰਦੇਹ ਨੇ ਉਹਨਾਂ ਨੂੰ ਵੱਡਾ ਗੁੰਮਰਾਹ ਕੀਤਾ ਹੋਇਆ ਹੈ ਅਤੇ ਗੁਰਾਂ ਦੀ ਸੇਵਾ ਕਰਨ ਦੇ ਬਿਨਾਂ ਉਹ ਬੜੀ ਤਕਲੀਫ ਉਠਾਉਂਦੇ ਹਨ। ਨਾਮ ਰਤੇ ਸਦਾ ਬੈਰਾਗੀ, ਗ੍ਰਹੀ ਅੰਤਰ ਸਾਚ ਲਿਵ ਲਾਗੀ। ਨਾਨਕ ਸਤਿਗੁਰ ਸੇਵਹਿ ਸੇਵੜ ਭਾਗੀ। ਦੁਬਾਰਾ ਬਿਨ ਗੁਰ ਸੇਵੇ ਨਾਮ ਰਤੇ ਸਦਾ ਬੈਰਾਗੀ। ਗ੍ਰਹੀ ਅੰਦਰ ਸਾਚ ਲਿਵ ਲਾਗੀ। ਨਾਨਕ ਸਤਿਗੁਰ ਸੇਵਹਿ ਸੇਵੜ ਭਾਗੀ। ਆਓ ਆ ਲਾਸਟ ਪੰਕਤੀਆਂ ਸਰਵਣ ਕਰੀਏ। ਮਹਾਰਾਜ ਜੀ ਕਹਿੰਦੇ ਨਾਮ ਰਤੇ ਸਦਾ ਬੈਰਾਗੀ। ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਨੇ ਨਾ, ਨਾਮ ਦੇ ਵਿੱਚ ਰੰਗੇ ਹੋਏ ਨੇ, ਉਹ ਗੁਰਮੁਖ ਪਿਆਰਿਓ ਬੈਰਾਗੀ ਹੋ ਜਾਂਦੇ ਨੇ। ਉਹ ਬੈਰਾਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰੋ ਰੋ ਕੇ ਯਾਦ ਕਰਦੇ ਨੇ, ਇੰਨਾ ਬੈਰਾਗ ਧਾਰਨ ਕਰ ਲੈਂਦੇ ਨੇ। ਤਾਂ ਜਿਵੇਂ ਆਪਾਂ ਸ਼ਬਦ ਪੜ੍ਹਦੇ ਆ, ਤੇਰੇ ਨਾਮ ਦੇ ਬੈਰਾਗੀ ਸੱਚੇ ਪਾਤਸ਼ਾਹ, ਦਿਨ ਰਾਤ ਉਹ ਤੇਰੀ ਬੰਦਗੀ ਦੇ ਵਿੱਚ ਜਾਗਦੇ ਰਹਿੰਦੇ ਨੇ। ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਭਾਈ ਜੋ ਹਰੀ ਦੇ ਨਾਮ ਨਾਲ ਰੰਗੇ ਹੋਏ ਹਨ ਉਹ ਸਦੀਵ ਹੀ ਨਿਰਲੇਪ ਰਹਿੰਦੇ ਨੇ। ਉਹ ਸਦਾ ਹੀ ਨਿਰਲੇਪ ਰਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ। ਤੁਸੀਂ ਕਹੋਗੇ ਜੀ ਉਹ ਨਿਰਲੇਪ ਕਿਵੇਂ ਰਹਿੰਦੇ ਨੇ? ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਉਹਨਾਂ ਦਾ ਜਿਹੜਾ ਚੱਲਣਾ ਉਹ ਮਾਰਗ ਵੱਖਰਾ ਹੈ, ਸੰਸਾਰ ਦੇ ਨਾਲੋਂ ਉਹਨਾਂ ਦਾ ਚੱਲਣਾ ਵੱਖਰਾ ਹੈ। ਜੋ ਸੰਸਾਰ ਵਾਲੇ ਕਰਮ ਕਾਂਡ ਨੇ ਉਹ ਗੁਰਮੁਖ ਪਿਆਰੋ ਰੱਬ ਦੇ ਪਿਆਰੇ ਨਹੀਂ ਕਰਦੇ। ਜਿਹੜੇ ਨਾਮ ਦੇ ਵਿੱਚ ਰੱਤੇ ਨੇ ਉਹ ਨਹੀਂ ਕਰਦੇ। ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਨੇ ਨਾ, ਉਹ ਥਾਂ ਥਾਂ ਤੇ ਸਿਰ ਨਹੀਂ ਝੁਕਾਉਂਦੇ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਬਾਣੀ ਤੋਂ ਬਿਨਾਂ ਉਹ ਥਾਂ ਥਾਂ ਤੇ ਸੀਸ ਨਹੀਂ ਝੁਕਾਉਂਦੇ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਸਭ ਕੁਝ ਮੰਨਦੇ ਨੇ। ਉਹ ਗੁਰਮੁਖ ਪਿਆਰਿਓ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਵਾਹਿਗੁਰੂ ਦਾ ਉਹ ਸਦਾ ਹੀ ਜਾਪ ਕਰਦੇ ਰਹਿੰਦੇ ਨੇ। ਇਸ ਕਰਕੇ ਉਹ ਭਾਈ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਭਾਵੇਂ ਸੰਸਾਰ ਦੇ ਵਿੱਚ ਰਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਗੰਦੇ ਪਾਣੀ ਦੇ ਵਿੱਚ, ਟੋਭੇ ਵਿੱਚ ਹੁੰਦਾ, ਪਰ ਉਹ ਪਾਣੀ ਤੋਂ ਉੱਪਰ, ਉਹ ਗੰਦਗੀ ਤੋਂ ਉੱਪਰ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ। ਇਸੇ ਤਰ੍ਹਾਂ ਗੁਰਮੁਖਾਂ ਨਾਲ ਜਿਹੜਾ ਰਹਿੰਦਾ ਸੰਸਾਰ ਦੇ ਵਿੱਚ ਆ, ਰਹਿੰਦਾ ਦੁਨੀਆ ਦੇ ਵਿੱਚ ਆ, ਪਰ ਆ ਦੁਨੀਆ ਵਾਲੇ ਕੰਮਾਂ ਕਾਰਾਂ ਦੇ ਵਿੱਚ ਨਹੀਂ ਫਸਿਆ ਹੁੰਦਾ। ਇਹਨਾਂ ਧੰਦਾਰਾਂ ਦੇ ਵਿੱਚੋਂ ਉਹ ਨਿਰਲੇਪ ਰਹਿੰਦਾ।
ਇੱਕ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦਾ ਤੇ ਹੋਰਨਾਂ ਨੂੰ ਕਰਾਉਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਨਾਮ ਰਤੇ ਸਦਾ ਬੈਰਾਗੀ, ਉਹ ਸਦਾ ਹੀ ਬੈਰਾਗ ਦੇ ਵਿੱਚ ਰਹਿੰਦਾ ਹੈ। ਭਾਵੇਂ ਉਹ ਗ੍ਰਸਤੀ ਹਨ, ਉਹ ਆਪਣੇ ਹਿਰਦੇ ਅੰਦਰ ਸੱਚੇ ਸੁਆਮੀ ਨਾਲ ਪ੍ਰੇਮ ਪਾਉਂਦੇ ਨੇ। ਭਾਵੇਂ ਉਹ ਗ੍ਰਸਤੀ ਨੇ, ਪਰਿਵਾਰ ਦੇ ਵਿੱਚ ਰਹਿੰਦੇ ਨੇ, ਬਾਲ ਬੱਚਿਆਂ ਵਾਲੇ ਹਨ, ਉਹ ਬਾਲ ਬੱਚਿਆਂ ਵਾਲੀਆਂ ਪਰਿਵਾਰਕ ਡਿਊਟੀਆਂ ਵੀ ਨਿਭਾਉਂਦੇ ਨੇ ਤੇ ਗੁਰਮੁਖ ਪਿਆਰਿਓ ਸਾਰਾ ਕੁਝ ਕਰਦੇ ਹੋਏ ਫਿਰ ਵੀ ਉਹ ਆਪਣੇ ਹਿਰਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੂੰ ਵਸਾ ਕੇ ਰੱਖਦੇ ਨੇ। ਪਰਮੇਸ਼ਰ ਦਾ ਪ੍ਰੇਮ ਸਦਾ ਹੀ ਹਿਰਦੇ ਅੰਦਰ ਰੱਖਦੇ ਨੇ। ਮਹਾਰਾਜ ਜੀ ਕਹਿੰਦੇ ਨਾਨਕ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਵੱਡੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਨੇ, ਜਿਹੜੇ ਗੁਰਾਂ ਦੀ ਸੇਵਾ ਕਰਦੇ ਨੇ ਨਾ। ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਗੁਰਾਂ ਦੀ ਸੇਵਾ ਕਮਾਉਂਦੇ ਨੇ, ਨਾਮ ਜਪਦੇ ਨੇ ਤੇ ਸੇਵਾ ਸਿਵਣ ਕਰਦੇ ਨੇ। ਉਹ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਵੱਡੇ ਭਾਗ ਹਨ। ਆਓ ਬਾਕੀ ਵਿਚਾਰਾਂ ਕਰਾਂਗੇ। ਕੱਲ੍ਹ ਨੂੰ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ 'ਤੇ ਮੇਰਾ ਪਿਆਰ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਜੀ, ਜੋ ਅੱਜ ਦੇਖਦੀਆਂ ਸੇਵਾਵਾਂ ਹਨ, ਸਰਦਾਰ ਬਲਵੀਰ ਸਿੰਘ ਜੀ, ਸਾਨੌਪ ਸਰਦਾਰ ਚਾਨਣ ਸਿੰਘ ਜੀ, ਇਹਨਾਂ ਪਰਿਵਾਰ ਵੱਲੋਂ ਅੱਜ ਦੇਗ ਦੀ ਸੇਵਾ ਹਾਜ਼ਰ ਹੈ। ਆਓ ਹੁਣ ਆਪਾਂ ਸ਼ਲੋਕ ਦੇ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੜਾਹ ਪ੍ਰਸਾਦ ਦੇ ਦੇਗਾ ਲੈ ਕਰਕੇ ਆਪੋ ਆਪਣੇ ਘਰੋਂ ਵਿਹਾਰ ਕਰਨੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੁਰਬਾਣੀ ਸੁਣਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਕਥਾ ਸੁਣਿਆ ਕਰੋ। ਮਹਾਰਾਜ ਜੀ ਕਥਾ ਦੇ ਬਾਬਤ ਦੱਸਦੇ ਨੇ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੋ ਇਹ ਕਥਾ ਸੁਣੇ ਅਰ ਗਾਵੈ, ਦੁਖ ਪਾਪ ਤਹਿ ਨਿਕਟ ਨ ਆਵੈ। ਮਹਾਰਾਜ ਜੀ ਕਹਿੰਦੇ ਜਿਹੜੇ ਭਾਈ ਕਥਾ ਸੁਣਦੇ ਨੇ, ਕਥਾ ਕਰਦੇ ਨੇ, ਉਹਨਾਂ ਦੇ ਨੇੜੇ ਦੁੱਖ ਨਹੀਂ ਆਉਂਦੇ। ਦੁੱਖ ਅੱਜ ਦੁੱਖਾਂ ਨੇ ਜ਼ਿੰਦਗੀ ਘੇਰੀ ਹੋਈ ਆ ਨਾ। ਜਦੋਂ ਅਸੀਂ ਕਥਾ ਸੁਣਾਂਗੇ ਤਾਂ ਗੁਰਮੁਖ ਪਿਆਰਿਓ ਗੁਰਬਾਣੀ ਸੁਣਾਂਗੇ, ਨਾ ਦੁੱਖ ਨੇੜੇ ਆਉਣੇ ਨੇ ਤੇ ਨਾ ਪਾਪ ਨੇੜੇ ਆਉਣੇ ਨੇ। ਇਹਨਾਂ ਤੋਂ ਛੁਟਕਾਰਾ ਪਾ ਕੇ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਆ। ਇਸ ਕਰਕੇ ਗੁਰਬਾਣੀ ਦੀ ਵਿਚਾਰ ਕਥਾ ਇਹਨੂੰ ਰੋਜ਼ ਜ਼ਰੂਰ ਸੁਣਿਆ ਕਰੋ। ਜਦੋਂ ਕਥਾ ਹੁੰਦੀ ਆ ਸਮੇਂ ਦੇ ਨਾਲ ਪਹੁੰਚਿਆ ਕਰੋ, ਲੇਟ ਨਾ ਹੋਇਆ ਕਰੋ, ਪੂਰਾ ਲਾਹਾ ਪ੍ਰਾਪਤ ਕਰਿਆ ਕਰੋ। ਆਪਣੇ ਜੀਵਨ 'ਤੇ ਜੋ ਗੁਰਬਾਣੀ ਕਹਿ ਰਹੀ ਹੈ ਉਹਨੂੰ ਲਾਗੂ ਕਰਨ ਦਾ ਯਤਨ ਕਰਿਆ ਕਰੋ ਭਾਈ। ਆਓ ਹੁਣ ਸ਼ਲੋਕ ਦੇ ਵਿੱਚ ਬੋਲੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਸੁਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।